आज़ादी का अमृत महोत्सव ਨੂੰ ਸਮਰਪਿਤ आज़ादी का सफ़र तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੰਥਾਲ ਵਿਦਰੋਹ ਅਤੇ ਚਿਨਹਟ ਦੇ ਯੁੱਧ ਬਾਰੇ ਜਾਣਕਾਰੀ ਦੇ ਰਹੇ ਹਾਂ। 1855 ਵਿੱਚ 30 ਜੂਨ ਨੂੰ ਸੰਥਾਲ ਵਿਦਰੋਹ ਦੀ ਸ਼ੁਰੂਆਤ ਹੋਈ ਸੀ। ਤਤਕਾਲੀ ਬੰਗਾਲ ਪ੍ਰੈਜ਼ੀਡੈਂਸੀ ਦੇ ਸੰਥਾਲ ਜਨਜਾਤੀ ਭਾਈਚਾਰੇ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਅਤੇ ਜ਼ਮੀਂਦਾਰੀ ਪ੍ਰਥਾ ਖਿਲਾਫ ਆਵਾਜ਼ ਬੁਲੰਦ ਕੀਤੀ ਅਤੇ ਬਗਾਵਤ ਸ਼ੁਰੂ ਕਰ ਦਿੱਤੀ। 1857 ਦੀ ਕ੍ਰਾਂਤੀ ਤੋਂ 2 ਵਰ੍ਹੇ ਪਹਿਲਾਂ ਸ਼ੁਰੂ ਹੋਇਆ ਇਹ ਸੰਥਾਲ ਅੰਦੋਲਨ 10 ਨਵੰਬਰ 1855 ਤੱਕ ਮਾਰਸ਼ਲ ਲਾਅ ਐਲਾਨੇ ਜਾਣ ਤੱਕ ਜਾਰੀ ਰਿਹਾ। ਸੰਥਾਲਾਂ ਦਾ ਵਿਦਰੋਹ ਸਥਾਈ ਵਿਵਸਥਾ ਦੀ ਅਨਿਆਂਪੂਰਨ ਮਾਲੀਆ ਪ੍ਰਣਾਲੀ ਦੇ ਵਿਰੋਧ ਵਿੱਚ ਸੀ, ਜੋ ਜੰਗਲੀ ਉਤਪਾਦਾਂ ਤੇ ਵਸਤੂ ਨਿਯਮ ਪ੍ਰਣਾਲੀ ਤੇ ਨਿਰਭਰ ਭਾਈਚਾਰੇ ਦਾ ਸ਼ੋਸ਼ਣ ਕਰ ਰਹੀ ਸੀ। ਲਾਰਡ ਕਾਰਨਵਾਲਿਸ ਨੇ 1793 ਦੇ ਪਰਮਾਨੈਂਟ ਸੈਟਲਮੈਂਟ ਐਕਟ ਅਨੁਸਾਰ ਭੂ ਮਾਲਕਾਂ ਨੂੰ ਆਪਣੀ ਜ਼ਮੀਨ ਤੇ ਸਥਾਈ ਅਤੇ ਵਿਰਾਸਤੀ ਹੱਕ ਤਾਂ ਹੀ ਰਹੇਗਾ ਜਦ ਤੱਕ ਉਹ ਭੂ ਮਾਲੀਆ ਅਦਾ ਕਰਦੇ ਰਹਿਣਗੇ। ਇਸ ਤਰ੍ਹਾਂ ਜ਼ਮੀਂਦਾਰੀ ਦੀ ਨਵੀਂ ਪ੍ਰਥਾ ਸ਼ੁਰੂ ਕਰਨ ਲਈ ਬਰਤਾਨਵੀ ਸ਼ਾਸਕਾਂ ਨੇ ਸੰਥਾਲਾਂ ਅਤੇ ਹੋਰ ਜਨਜਾਤੀ ਸਮੂਹਾਂ ਤੋਂ ਉਨ੍ਹਾਂ ਦੀ ਜ਼ਮੀਨ ਜ਼ਬਤ ਕਰਨੀ ਸ਼ੁਰੂ ਕਰ ਦਿੱਤੀ। ਸੰਥਾਲੀਆਂ ਨੇ ਹੁਣ ਨਵੇਂ ਭੂ ਮਾਲਕਾਂ ਦੀ ਸੇਵਾ ਕਰਨੀ ਸੀ, ਜੋ ਉਨ੍ਹਾਂ ਦੇ ਖੇਤੀ ਉਤਪਾਦਾਂ ਦਾ ਵੱਡਾ ਹਿੱਸਾ ਲੈਂਦੇ ਅਤੇ ਉਨ੍ਹਾਂ ਕੋਲ ਲਗਭਗ ਕੁਝ ਵੀ ਨਾ ਬਚਦਾ। ਆਪਣੇ ਗੁਜ਼ਾਰੇ ਲਈ ਉਨ੍ਹਾਂ ਨੂੰ ਸ਼ਾਹੂਕਾਰਾਂ ਤੋਂ ਉਧਾਰ ਲੈਣਾ ਪੈਂਦਾ, ਜੋ ਇਨ੍ਹਾਂ ਵਾਂਝੇ ਤੇ ਗਰੀਬ ਲੋਕਾਂ ਨੂੰ ਮਨਮਰਜ਼ੀ ਦੀਆਂ ਦਰਾਂ ਤੇ ਕਰਜ਼ਾ ਦਿੰਦੇ। ਮਜਬੂਰ ਹੋ ਕੇ ਸੰਥਾਲਾਂ ਨੂੰ ਪੀੜ੍ਹੀ ਦਰ ਪੀੜ੍ਹੀ ਬੰਧੂਆ ਮਜ਼ਦੂਰੀ ਕਰਨੀ ਪੈਂਦੀ ਤੇ ਉਹ ਬਰਤਾਨਵੀ ਸ਼ਾਸਕਾਂ ਦੀ ਮੰਗ ਪੂਰੀ ਕਰਨ ਲਈ ਜ਼ਮੀਨ ਵਾਹੁੰਦੇ ਰਹੇ। ਅਨੇਕਾਂ ਸੰਥਾਲੀਆਂ ਨੂੰ ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤੀ ਗਈ ਨੀਲ ਦੀ ਖੇਤੀ ਜਾਂ ਰੇਲਵੇ ਨਿਰਮਾਣ ਕਾਰਜਾਂ 'ਚ ਕੰਮ ਕਰਨਾ ਪਿਆ। ਮੁਰਮੂ ਵੰਸ਼ ਦੇ 4 ਭਰਾਵਾਂ ਸਿੱਧੂ, ਕਾਨਹੂ, ਚਾਂਦ ਅਤੇ ਪੈਰਵ ਨੇ ਆਪਣੀਆਂ ਭੈਣਾਂ ਫੂਲੋ ਤੇ ਚਾਨੋ ਦੇ ਨਾਲ ਸੰਥਾਲੀਆਂ ਦੇ ਸ਼ੋਸ਼ਣ ਖਿਲਾਫ ਖੁੱਲ੍ਹੇ ਵਿਦਰੋਹ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਹਜ਼ਾਰਾਂ ਸੰਥਾਲੀਆਂ ਨੂੰ ਇਕੱਠਾ ਕੀਤਾ ਅਤੇ ਐਲਾਨ ਕਰ ਦਿੱਤਾ ਕਿ ਇਸ ਸ਼ੋਸ਼ਣ ਤੋਂ ਆਜ਼ਾਦੀ ਸਿਰਫ ਹਥਿਆਰਬੰਦ ਸੰਘਰਸ਼ ਨਾਲ ਹੀ ਸੰਭਵ ਹੈ। ਜਿਵੇਂ-ਜਿਵੇਂ ਵਿਦਰੋਹ ਮਜ਼ਬੂਤ ਹੁੰਦਾ ਗਿਆ, ਕੰਪਨੀ ਪ੍ਰਸ਼ਾਸਨ ਸੰਥਾਲੀਆਂ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਫੌਜੀ ਭੇਜਦਾ ਰਿਹਾ। ਜਵਾਬ 'ਚ ਸੰਥਾਲੀਆਂ ਨੇ ਆਪਣੇ ਰਵਾਇਤੀ ਹਥਿਆਰਾਂ ਨਾਲ ਡਟ ਕੇ ਮੁਕਾਬਲਾ ਕੀਤਾ। ਬਰਤਾਨਵੀ ਸ਼ਾਸਨ ਨੇ ਇਸ ਵਿਦਰੋਹ ਦੇ ਪ੍ਰਮੁੱਖ ਨੇਤਾ ਸਿੱਧੂ ਅਤੇ ਕਾਨਹੂ ਨੂੰ ਫੜਨ ਲਈ 10,000 ਰੁਪਏ ਦਾ ਇਨਾਮ ਐਲਾਨਿਆ। ਹਜ਼ਾਰਾਂ ਸੰਥਾਲ ਅਤੇ ਉਨ੍ਹਾਂ ਦੇ ਪਿੰਡਾਂ ਦੇ ਪਿੰਡ ਇਸ ਸੰਘਰਸ਼ ਦੀ ਬਲੀ ਚੜ੍ਹ ਗਏ। ਹਾਥੀਆਂ ਨੇ ਉਨ੍ਹਾਂ ਦੇ ਘਰਾਂ ਨੂੰ ਕੁਚਲ ਦਿੱਤਾ। ਉਪਨਿਵੇਸ਼ੀ ਸ਼ਾਸਨ ਇਸ ਵਿਦਰੋਹ ਨੂੰ ਕੁਚਲਣ ਵਿੱਚ ਕਾਮਯਾਬ ਰਿਹਾ। ਸਿੱਧੂ ਤੇ ਕਾਨਹੂ ਨੂੰ ਮਾਰ ਦਿੱਤਾ ਗਿਆ, ਪਰ ਆਦੀਵਾਸੀਆਂ ਦਾ ਬਲੀਦਾਨ ਵਿਅਰਥ ਨਹੀਂ ਗਿਆ। ਉਨ੍ਹਾਂ ਦੇ ਵਿਦਰੋਹ ਦੀ ਸਮਾਪਤੀ ਸੰਥਾਲ ਪਰਗਨਾ ਕਾਸ਼ਤਕਾਰੀ ਨਿਯਮ ਜਾਰੀ ਕੀਤੇ ਜਾਣ ਨਾਲ ਹੋਈ, ਜਿਸ 'ਚ ਉਪਨਿਵੇਸ਼ੀ ਸ਼ੋਸ਼ਣ ਤੋਂ ਥੋੜ੍ਹੀ ਰਾਹਤ ਦਿੱਤੀ ਗਈ। ਨਿਯਮਿਤ ਪੁਲਿਸ ਬਲ ਦੀ ਤੈਨਾਤੀ ਸਮਾਪਤ ਕਰ ਦਿੱਤੀ ਗਈ ਅਤੇ ਪਿੰਡ ਦੇ ਮੁਖੀ ਨੂੰ ਸ਼ਾਂਤੀ ਬਹਾਲ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ। ਆਜ਼ਾਦੀ ਦੀ ਪਹਿਲੀ ਲੜਾਈ ਦੌਰਾਨ 30 ਜੂਨ 1857 ਨੂੰ ਚਿਨਹਟ ਅਵਧ ਦੇ ਨੇੜੇ ਇਸਮਾਇਲ ਗੰਜ ਵਿੱਚ ਬਰਤਾਨਵੀ ਫੌਜ ਅਤੇ ਭਾਰਤੀ ਆਜ਼ਾਦੀ ਕੁਲਾਟੀਆਂ ਵਿਚਾਲੇ ਚਿਨਹਟ ਦਾ ਯੁੱਧ ਹੋਇਆ ਸੀ। ਬਰਤਾਨਵੀ ਫੌਜ ਦੀ ਅਗਵਾਈ ਅਵਧ ਦੇ ਚੀਫ ਕਮਿਸ਼ਨਰ ਹੈਨਰੀ ਲਾਰੈਂਸ ਕਰ ਰਹੇ ਸਨ ਅਤੇ ਭਾਰਤੀ ਅੰਦੋਲਨਕਾਰੀਆਂ ਦੀ ਅਗਵਾਈ ਬਰਤਾਨਵੀ ਫੌਜ ਦੇ ਸਾਬਕਾ ਅਧਿਕਾਰੀ ਬਰਕਤ ਅਹਿਮਦ ਦੇ ਹੱਥਾਂ ਵਿੱਚ ਸੀ। ਸੁਤੰਤਰਤਾ ਸੰਗਰਾਮ ਦੌਰਾਨ ਅੰਗਰੇਜ਼ਾਂ ਨਾਲ ਲੜਾਈ 'ਚ ਭਾਰਤੀ ਸੈਨਾਨੀਆਂ ਨੂੰ ਮਿਲੀਆਂ ਕੁਝ ਪ੍ਰਮੁੱਖ ਜਿੱਤਾਂ ਵਿੱਚ ਚਿਨਹਟ ਦਾ ਯੁੱਧ ਵੀ ਸ਼ਾਮਿਲ ਸੀ। ਪਿੰਡ ਵਿੱਚ ਪੱਕੀਆਂ ਕੰਧਾਂ ਪਿੱਛੇ ਮੋਰਚਾ ਲੈਂਦੇ ਹੋਏ ਭਾਰਤੀ ਆਜ਼ਾਦੀ ਕੁਲਾਟੀਆਂ ਨੇ ਬਰਤਾਨਵੀ ਫੌਜ ਨੂੰ ਭਾਰੀ ਨੁਕਸਾਨ ਪਹੁੰਚਾਇਆ। ਅਨੇਕਾਂ ਬਰਤਾਨਵੀ ਅਧਿਕਾਰੀਆਂ ਨਾਲ ਰੈਜੀਮੈਂਟ ਦਾ ਕਾਰਜਕਾਰੀ ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਵਿਲੀਅਮ ਕਾਸ ਮਾਰਿਆ ਗਿਆ। ਬਰਤਾਨਵੀ ਫੌਜ ਦੇ ਕਈ ਭਾਰਤੀ ਫੌਜੀ, ਖਾਸ ਕਰਕੇ ਤੋਪਚੀ, ਭਾਰਤੀ ਪੱਖ ਵਿੱਚ ਆ ਗਏ ਤੇ ਉਨ੍ਹਾਂ ਨੇ ਆਪਣੀਆਂ ਤੋਪਾਂ ਦੀ ਦਿਸ਼ਾ ਬਦਲ ਦਿੱਤੀ। ਬਰਤਾਨਵੀ ਫੌਜ ਨੂੰ ਮਜਬੂਰਨ ਲਖਨਊ 'ਚ ਬ੍ਰਿਟਿਸ਼ ਰੈਜ਼ੀਡੈਂਸੀ 'ਚ ਪਰਤਣਾ ਪਿਆ।